ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਡੇ ਸਾਹਮਣੇ HTML ਦਾ ਟਿਊਟੋਰੀਅਲ ਲੈ ਕੇ ਆਇਆ। ਅਸੀਂ ਇਸ ਟਿਊਟੋਰੀਅਲ ਵਿੱਚ HTML ਵਿੱਚ ਕਿਸ ਤਰੀਕੇ ਨਾਲ ਕੰਮ ਕਰ ਸਕਦੇ ਹਾਂ, ਉਹ ਸਾਰੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ। ਆਓ ਸ਼ੁਰੂ ਕਰਦੇ ਹਾਂ। ਇੰਟਰਨੈਟ ਅਤੇ HTML। ਅੱਜ ਦਾ ਯੁੱਗ ਇੰਟਰਨੈਟ ਦਾ ਯੁੱਗ ਹੈ। ਅੱਜ ਅਸੀਂ ਹਰ ਤਰ੍ਹਾਂ ਦੀ ਜਾਣਕਾਰੀ ਇੰਟਰਨੈਟ ਦੇ ਜ਼ਰੀਏ ਇੱਕ ਸਕਿੰਟ ਵਿੱਚ ਪ੍ਰਾਪਤ ਕਰ ਸਕਦੇ ਹਾਂ। ਇੰਟਰਨੈਟ ਉੱਪਰ ਸਾਰੀ ਜਾਣਕਾਰੀ ਵੈਬ ਪੇਜਾਂ ਦੇ ਰੂਪ ਵਿੱਚ ਉਪਲਬਧ ਹੈ। ਵੈਬਸਾਈਟਾਂ ਵੈਬ ਪੇਜਾਂ ਨੂੰ ਆਪਸ ਵਿੱਚ ਲਿੰਕ ਕਰਕੇ ਬਣਾਈਆਂ ਗਈਆਂ ਹੁੰਦੀਆਂ ਹਨ। ਇੰਟਰਨੈਟ ਉੱਪਰ ਸਾਰੀ ਜਾਣਕਾਰੀ www ਵਰਲਡ ਵਾਈਡ ਵੈਬ ਪੇਜਾਂ ਦੇ ਵਿੱਚ ਮੌਜੂਦ ਹੈ। ਵੈਬ ਪੇਜਾਂ ਵਿੱਚ ਸਾਰੀ ਜਾਣਕਾਰੀ ਟੈਕਸਟ, ਗ੍ਰਾਫਿਕਸ, ਆਵਾਜ਼ਾਂ ਅਤੇ ਵੀਡੀਓ ਦੇ ਰੂਪ ਵਿੱਚ ਉਪਲਬਧ ਹੁੰਦੀ ਹੈ। ਇਹਨਾਂ ਵੈਬ ਪੇਜਾਂ ਨੂੰ ਡਿਜ਼ਾਈਨ ਕਰਨ ਲਈ ਇੱਕ ਕੰਪਿਊਟਰ ਭਾਸ਼ਾ ਦੀ ਲੋੜ ਹੁੰਦੀ ਹੈ। ਵੈਬ ਪੇਜਾਂ ਨੂੰ ਡਿਜ਼ਾਈਨ ਕਰਨ ਲਈ ਆਮ ਵਰਤੀ ਜਾਣ ਵਾਲੀ ਭਾਸ਼ਾ HTML ਹੈ। ਅਸੀਂ ਇਸ ਵੀਡੀਓ ਵਿੱਚ HTML ਬਾਰੇ ਸਾਰੀ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਪ੍ਰਾਪਤ ਕਰਾਂਗੇ। ਜਿੱਦਾਂ ਕਿ ਮੈਂ ਤੁਹਾਡੇ ਸਾਹਮਣੇ ਆ ਕੁਝ ਸਕਰੀਨਸ਼ਾਟ ਰੱਖੇ ਨੇ। ਇਹ ਕੁਝ ਵੈਬਸਾਈਟਾਂ ਹਨ। ਇਹ ssapunjab.org, pscb.ac.in ਤੇ ਇਹ ਮੇਰੇ ਸਕੂਲ ਦੀ ਵੈਬਸਾਈਟ ਦਾ ਇੱਕ ਵੈਬ ਪੇਜ ਤੁਸੀਂ ਦੇਖ ਰਹੇ ਹੋ। ਹੁਣ ਇਹ ਕੀ ਆ? ਵੈਬਸਾਈਟ ਆ। ਅਸੀਂ ਸਾਰਿਆਂ ਨੇ ਇਹਨਾਂ ਦੀ ਵਰਤੋਂ ਕੀਤੀ ਹੋਈ ਆ ਡੇਲੀ ਲਾਈਫ ਵਿੱਚ। ਆਪਾਂ google.com, ਯਾਹੂ, ਫੇਸਬੁੱਕ, ਇਹ ਵੀ ਸਾਰੀਆਂ ਕੀ ਹੈਗੀਆਂ ਵੈਬਸਾਈਟਾਂ ਹੀ ਹਨ। ਤੇ ਇਹ ਵੈਬਸਾਈਟਾਂ ਕਿਸ ਤਰੀਕੇ ਨਾਲ ਬਣੀਆਂ ਹਨ? ਵੈਬ ਪੇਜਾਂ ਦੇ ਨਾਲ। ਜਿੱਦਾਂ ਕਿ ਮੈਂ ਇਸ ਲਿੰਕ ਤੇ ਕਲਿੱਕ ਕਰੂੰਗਾ ਤੇ ਮੇਰੇ ਕੋਲ ਇੱਥੇ ਕੋਈ ਹੋਰ ਪੇਜ ਖੁੱਲ ਜਾਏਗਾ। ਜੇਕਰ ਮੈਂ ਇਸ ਲਿੰਕ ਤੇ ਕਲਿੱਕ ਕਰੂੰਗਾ ਤੇ ਇੱਥੇ ਕੋਈ ਹੋਰ ਪੇਜ ਖੁੱਲ ਜਾਏਗਾ। ਉਹ ਕੀ ਹਨ? ਵੈਬ ਪੇਜ। ਜਿਸ ਤਰੀਕੇ ਨਾਲ ਕਿ ਆਹ ਵਾਲਾ ਇੱਕ ਸਾਡੇ ਕੋਲ ਵੈਬ ਪੇਜ ਦਿਖਾਈ ਦੇ ਰਿਹਾ, ਆ ਇੱਕ ਹੋਰ ਵੈਬ ਪੇਜ ਦਿਖਾਈ ਦੇ ਰਿਹਾ, ਆ ਇੱਕ ਹੋਰ ਵੈਬ ਪੇਜ ਦਿਖਾਈ ਦੇ ਰਿਹਾ। ਤੇ ਜਦੋਂ ਆਪਾਂ ਇਹਨਾਂ ਵੈਬ ਪੇਜਾਂ ਦੇ ਆਪਸੀ ਲਿੰਕ ਬਣਾ ਦਿੰਦੇ ਆ ਤੇ ਉਦੋਂ ਉਹ ਕੀ ਬਣ ਜਾਂਦੀ ਹੈ? ਵੈਬਸਾਈਟ। ਠੀਕ ਹੈ ਜੀ। ਵੈਬਸਾਈਟ ਕੀ ਹੈ? ਵੈਬ ਪੇਜਾਂ ਦਾ ਸਮੂਹ। ਤੇ ਅਸੀਂ ਜੇਕਰ ਇਸ ਤਰੀਕੇ ਦੀ ਵੈਬਸਾਈਟ ਬਣਾਉਣਾ ਚਾਹੁੰਦੇ ਹਾਂ ਤੇ ਸਾਨੂੰ ਵੈਬ ਪੇਜ ਬਣਾਉਣੇ ਆਉਂਦੇ ਹੋਣੇ ਚਾਹੀਦੇ ਹਨ। ਤੇ ਵੈਬ ਪੇਜ ਬਣਾਉਣ ਵਾਸਤੇ ਜਿਹੜੀ ਭਾਸ਼ਾ ਵਰਤੀ ਜਾਂਦੀ ਹੈ ਉਹ ਕਿਹੜੀ ਭਾਸ਼ਾ ਹੈ ਜੀ? HTML। ਤੇ ਮੈਂ ਇਸ ਟਿਊਟੋਰੀਅਲ ਵਿੱਚ ਤੁਹਾਨੂੰ HTML ਭਾਸ਼ਾ ਦੇ ਬਾਰੇ ਹੀ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ। ਹਿਸਟਰੀ ਆਫ HTML ਦਾ ਇਤਿਹਾਸ। ਜੇਕਰ ਅਸੀਂ ਹੁਣ HTML ਸਿੱਖਣਾ ਚਾਹੁੰਦੇ ਹਾਂ ਤੇ ਉਹਦੀ ਪਹਿਲਾਂ ਥੋੜ੍ਹੀ ਹਿਸਟਰੀ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਹੁਣ ਸਭ ਤੋਂ ਪਹਿਲਾਂ 1960 ਦੇ ਵਿੱਚ ਇੱਕ ਭਾਸ਼ਾ GML, ਜਨਰਲ ਮਾਰਕਅਪ ਲੈਂਗੁਏਜ, ਇਹ ਬਣਾਈ ਗਈ ਸੀ ਡਾਕੂਮੈਂਟਸ ਬਣਾਉਣ ਵਾਸਤੇ। ਉਸ ਤੋਂ ਬਾਅਦ ਵਿੱਚ ਉਹਦਾ ਇੱਕ ਨਵਾਂ ਵਰਜ਼ਨ 1980 ਨੂੰ GML ਨੂੰ ਆਧਾਰ ਬਣਾ ਕੇ ਹੀ ਇਸ ਦਾ ਇੱਕ ਨਵਾਂ ਰੂਪ ਆਇਆ, ਜਿਸ ਦਾ ਨਾਮ SGML, ਸਟੈਂਡਰਡ ਜਨਰਲਾਈਜ਼ਡ ਮਾਰਕਅਪ ਲੈਂਗੁਏਜ ਤਿਆਰ ਕੀਤੀ ਗਈ। ਪਹਿਲਾਂ 1960 ਵਿੱਚ GML ਭਾਸ਼ਾ ਆਈ। ਉਸ ਤੋਂ ਬਾਅਦ 1980 ਦੇ ਵਿੱਚ SGML, ਇਹਦਾ ਹੀ ਇੱਕ ਨਵਾਂ ਰੂਪਾਂਤਰਨ, ਇੱਕ ਨਵਾਂ ਵਰਜ਼ਨ ਜਿਹੜਾ ਸੀ ਉਹ ਤਿਆਰ ਕੀਤਾ ਗਿਆ। ਫਿਰ 1980 ਦੇ ਵਿੱਚ ਹੀ CERN ਦੇ ਵਿਗਿਆਨਿਕ ਟਿਮ ਬਰਨਰਸ-ਲੀ, ਇੱਕ ਵਿਗਿਆਨਿਕ ਦਾ ਨਾਮ ਆ ਟਿਮ ਬਰਨਰਸ-ਲੀ, ਉਹ CERN ਰਿਸਰਚ ਸੈਂਟਰ ਦੇ ਵਿੱਚ ਡਾਕੂਮੈਂਟਸ ਨੂੰ ਵਰਤਣ ਅਤੇ ਸ਼ੇਅਰ ਕਰਨ ਲਈ ਉਹਨਾਂ ਨੇ ਇੱਕ ਨਵੇਂ ਸਿਸਟਮ ਦਾ ਪ੍ਰਸਤਾਵ ਦਿੱਤਾ। 1999 ਵਿੱਚ ਟਿਮ ਬਰਨਰਸ-ਲੀ ਨੇ ਇੰਟਰਨੈਟ ਬੇਸਡ ਹਾਈਪਰਟੈਕਸਟ ਦਾ ਇੱਕ ਡਾਕੂਮੈਂਟ ਪੇਸ਼ ਕੀਤਾ। ਹੁਣ ਜੋ ਟਿਮ ਬਰਨਰਸ-ਲੀ ਆ, ਜੋ ਤੁਸੀਂ ਪਰਸਨ ਦੀ ਫੋਟੋ ਦੇਖ ਰਹੇ ਹੋ, ਇਹਨਾਂ ਦਾ ਨਾਮ ਟਿਮ ਬਰਨਰਸ-ਲੀ ਆ ਤੇ ਇਹਨਾਂ ਨੇ ਹੀ HTML ਦੀ ਖੋਜ ਕੀਤੀ ਸੀ। ਟਿਮ ਬਰਨਰਸ-ਲੀ ਨੂੰ HTML ਦਾ ਫਾਦਰ ਜਾਂ ਪਿਤਾ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ HTML ਦਾ ਜੋ ਡਾਕੂਮੈਂਟ ਬਣਾਇਆ ਸੀ, HTML ਟੈਗ, ਉਸ ਦਾ ਨਾਮ ਰੱਖਿਆ ਗਿਆ ਸੀ। ਟਿਮ ਬਰਨਰਸ-ਲੀ ਨੇ HTML ਨੂੰ 1991 ਵਿੱਚ ਮੈਂਸ਼ਨ ਕੀਤਾ ਸੀ ਤੇ 1960 ਵਿੱਚ GML ਬਣੀ। ਫਿਰ 1980 ਦੇ ਵਿੱਚ ਉਹਦਾ ਰੂਪਾਂਤਰਨ ਕਰਕੇ SGML ਬਣੀ ਤੇ ਫਿਰ SGML ਦਾ ਰੂਪਾਂਤਰਨ ਕਰਕੇ ਫਿਰ 1980 ਦੇ ਵਿੱਚ ਉਹਦਾ ਜੋ ਪ੍ਰੋਜੈਕਟ ਚੱਲਿਆ ਤੇ 1999 ਤੱਕ ਆ ਕੇ ਉਹਨਾਂ ਨੇ ਇੱਕ ਨਵੀਂ ਹੋਰ ਭਾਸ਼ਾ ਬਣਾਈ ਜਿਹਨਾਂ ਦਾ ਨਾਮ HTML ਰੱਖਿਆ ਗਿਆ। ਤੇ ਉਹ ਕਿਹਨੇ ਬਣਾਈ? ਟਿਮ ਬਰਨਰਸ-ਲੀ ਨੇ ਬਣਾਈ। ਤੇ ਇਸ ਨੇ ਜੋ ਸਭ ਤੋਂ ਪਹਿਲਾ ਡਾਕੂਮੈਂਟ ਬਣਾਇਆ ਉਹਦਾ ਨਾਮ ਸੀ HTML ਟੈਗ। ਠੀਕ ਹੈ ਜੀ। ਤੇ 1991 ਦੇ ਵਿੱਚ ਪਹਿਲਾ HTML ਦਾ ਜਿਹੜਾ ਵਰਜ਼ਨ ਸੀਗਾ ਉਹ ਆਇਆ ਸੀ। HTML ਦੇ ਵਰਜ਼ਨ, ਹੁਣ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਜਿਹੜਾ ਵਰਜ਼ਨ ਸੀਗਾ ਉਹ 1991 ਵਿੱਚ ਆਇਆ। HTML ਦਾ ਪਹਿਲਾ ਵਰਜ਼ਨ 1991 ਵਿੱਚ ਆਇਆ। ਇਸ ਨੂੰ HTML ਦੇ ਨਾਮ ਨਾਲ ਜਾਣਿਆ ਗਿਆ। ਇਹਦਾ ਸਭ ਤੋਂ ਪਹਿਲਾ ਵਰਜ਼ਨ ਇਹ ਸੀ। ਫਿਰ HTML ਦਾ ਦੂਸਰਾ ਵਰਜ਼ਨ ਆਇਆ ਜੋ 1995, ਕਿਉਂਕਿ ਹਰੇਕ ਭਾਸ਼ਾ ਜਿਹੜੀ ਆ ਉਹ ਡੇ ਬਾਈ ਡੇ ਜਿਹੜੀ ਆ ਉਹਦੇ ਵਿੱਚ ਚੇਂਜਸ ਆਉਂਦੇ ਆ, ਉਹਦੇ ਵਿੱਚ ਨਵੇਂ ਫੀਚਰ ਐਡ ਕੀਤੇ ਜਾਂਦੇ ਆ। 1991 ਵਿੱਚ
ਜੋ ਉਹਦਾ ਰੂਪ ਸੀ ਉਹਦੇ ਵਿੱਚ ਹੋਰ ਨਵੀਆਂ ਚੀਜ਼ਾਂ ਐਡ ਕੀਤੀਆਂ ਗਈਆਂ ਤੇ ਇਹ 1995 ਵਿੱਚ HTML ਦਾ ਦੂਸਰਾ ਵਰਜ਼ਨ ਆ ਗਿਆ ਜਿਹਨੂੰ ਕਿ HTML 2.0 ਦੇ ਨਾਮ ਨਾਲ ਜਾਣਿਆ ਗਿਆ। ਉਸ ਤੋਂ ਬਾਅਦ HTML ਦਾ ਤੀਸਰਾ ਵਰਜ਼ਨ ਆਇਆ ਜੋ 1997 ਵਿੱਚ ਆਇਆ। ਇਸ ਨੂੰ HTML ਦਾ ਤੀਸਰਾ ਵਰਜ਼ਨ ਮਤਲਬ 3.2 ਦੇ ਨਾਮ ਦੇ ਨਾਲ ਜਾਣਿਆ ਗਿਆ। ਫਿਰ ਉਸ ਤੋਂ ਬਾਅਦ HTML ਦਾ ਚੌਥਾ ਵਰਜ਼ਨ ਆਇਆ, ਉਹ 1999 ਦੇ ਵਿੱਚ ਆਇਆ। ਇਸ ਨੂੰ HTML ਦਾ 4.01 ਨਾਮ ਦੇ ਨਾਲ ਜਾਣਿਆ ਗਿਆ। ਉਸ ਤੋਂ ਬਾਅਦ XHTML ਨਾਮ ਨਾਲ ਵਰਜ਼ਨ ਆਇਆ ਜਿਸ ਵਿੱਚ XML HTML ਦਾ ਕੰਬੀਨੇਸ਼ਨ ਸੀ। ਇਹ ਵਰਜ਼ਨ 2000 ਵਿੱਚ ਆਇਆ। ਹੁਣ 1999 ਤੋਂ ਬਾਅਦ ਇਹਦਾ ਜੋ ਪੰਜਵਾਂ ਵਰਜ਼ਨ ਆਇਆ ਉਸ ਨੂੰ XHTML ਦੇ ਨਾਮ ਨਾਲ ਜਾਣਿਆ ਗਿਆ। ਇਹਦੇ ਵਿੱਚ XML ਤੇ HTML ਦੋਵਾਂ ਨੂੰ ਕੰਬਾਈਨ ਕੀਤਾ ਗਿਆ। ਦੋ ਅਲੱਗ-ਅਲੱਗ ਭਾਸ਼ਾਵਾਂ ਸੀਗੀਆਂ, ਇਹਨਾਂ ਨੂੰ ਇਕੱਠਾ ਕਰਕੇ ਇੱਕ ਨਵਾਂ ਵਰਜ਼ਨ ਬਣਾਇਆ ਗਿਆ ਤੇ 2000 ਦੇ ਵਿੱਚ ਆਇਆ। ਹੁਣ ਲੇਟੈਸਟ ਵਰਜ਼ਨ ਜਿਹੜਾ ਚੱਲ ਰਿਹਾ ਹੈ ਉਹ ਹੈਗਾ HTML5 ਜੋ ਕਿ 2014 ਵਿੱਚ ਆਇਆ। ਹੁਣ 2014 ਵਿੱਚ HTML ਵਿੱਚ ਕੁਝ ਨਵੇਂ ਟੈਗ ਆਏ ਆ, ਕੁਝ ਨਵੀਆਂ ਸੈਟਿੰਗਸ ਆਈਆਂ ਆ ਤੇ ਜੋ ਲੇਟੈਸਟ ਵਰਜ਼ਨ ਆ ਉਹ HTML5 ਚੱਲ ਰਿਹਾ। HTML 1.0 2 3.2 HTML 4.01 HTML5 HTML ਦੀਆਂ ਵਿਸ਼ੇਸ਼ਤਾ HTML ਭਾਸ਼ਾ ਦੀਆਂ ਕੁਝ ਵਿਸ਼ੇਸ਼ਤਾਵਾਂ ਆ ਜਿਨ੍ਹਾਂ ਦੇ ਕਾਰਨ ਆਪਾਂ ਇਹਦੀ ਵਰਤੋਂ ਕਰਦੇ ਹੋ ਕੀ ਹਨ, ਆਓ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਸਾਰ ਤੋਂ ਪਹਿਲੀ ਹੈਗੀ ਈਜ਼ੀ ਸਿੰਪਲ ਲੈਂਗੁਏਜ। ਇਹ ਲੈਂਗੁਏਜ ਸਿੱਖਣ ਵਿੱਚ ਆਸਾਨ ਹੈ। ਜੇਕਰ ਅਸੀਂ ਕੋਈ ਵੀ ਹੋਰ ਪ੍ਰੋਗਰਾਮਿੰਗ ਭਾਸ਼ਾ ਸਿੱਖਣਾ ਚਾਹੁੰਦੇ ਹਾਂ ਤੇ ਉਹਦੇ ਮੁਕਾਬਲੇ HTML ਜਿਹੜੀ ਭਾਸ਼ਾ ਹੈ ਉਹ ਬਹੁਤ ਈਜ਼ੀ ਹੈ, ਸਿੰਪਲ ਹੈ, ਆਸਾਨੀ ਨਾਲ ਸਿੱਖੀ ਜਾ ਸਕਦੀ ਹੈ। ਦੂਸਰਾ, ਇਹ ਪਲੇਟਫਾਰਮ ਇੰਡੀਪੈਂਡੈਂਟ ਲੈਂਗੁਏਜ ਹੈ। ਇਸ ਤੋਂ ਭਾਵ ਹੁਣ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਆਪਰੇਟਿੰਗ ਸਿਸਟਮ ਜਿੱਦਾਂ ਕਿ ਲਿਨਕਸ, ਮੈਕ, ਵਿੰਡੋਜ਼, ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਆਪਰੇਟਿੰਗ ਸਿਸਟਮ ਕੰਪਿਊਟਰ ਵਿੱਚ ਵਰਤਦੇ ਹਾਂ ਤੇ ਜੋ ਵੈਬ ਪੇਜ ਅਸੀਂ HTML ਵਿੱਚ ਤਿਆਰ ਕੀਤੇ ਹੋਣਗੇ ਉਹ ਇਹਨਾਂ ਸਾਰਿਆਂ ਤੇ ਚੱਲਣਗੇ। ਇਹ ਨਹੀਂ ਹੈ ਕਿ ਜੇ ਅਸੀਂ ਵਿੰਡੋਜ਼ ਬਣਾਇਆ ਤੇ ਉਹ ਮੈਕ ਆਪਰੇਟਿੰਗ ਸਿਸਟਮ ਜਾਂ ਲਿਨਕਸ ਤੇ ਨਹੀਂ ਚੱਲੇਗਾ, ਉਹ ਉਸੇ ਤਰੀਕੇ ਨਾਲ ਇਹਨਾਂ ਸਾਰਿਆਂ ਤੇ ਡਿਸਪਲੇ ਹੋਏਗਾ। ਇਸ ਲਈ ਇਸ ਨੂੰ ਕੀ ਕਹਿੰਦੇ ਆ, ਪਲੇਟਫਾਰਮ ਇੰਡੀਪੈਂਡੈਂਟ ਲੈਂਗੁਏਜ। ਮਤਲਬ ਇਹ ਕਿਸੇ ਵੀ ਆਪਰੇਟਿੰਗ ਸਿਸਟਮ ਤੇ ਇਹਦੇ ਪੇਜ ਜੋ ਬਣਾਏ ਆ ਉਹ ਆਸਾਨੀ ਨਾਲ ਚੱਲ ਜਾਂਦੇ ਆ। ਇਹ ਪ੍ਰੋਗਰਾਮਰ ਨੂੰ ਵੈਬ ਪੇਜ ਵਿੱਚ ਗ੍ਰਾਫਿਕਸ, ਵੀਡੀਓ, ਆਡੀਓ, ਇਮੇਜ ਲਗਾਉਣ ਦੀ ਪੂਰੀ ਫੈਸਿਲਿਟੀ ਦਿੰਦਾ ਹੈ। ਹੁਣ ਜਦੋਂ ਆਪਾਂ HTML ਵਿੱਚ ਕੋਈ ਪੇਜ ਬਣਾਉਣਾ ਚਾਹੁੰਦੇ ਆ, ਜਿੱਥੇ ਕਿ ਨਾ ਪੇਜ ਬਣਾਇਆ ਗਿਆ ਆ, ਇਹਦੇ ਵਿੱਚ ਕੁਝ ਤਸਵੀਰਾਂ ਲੱਗੀਆਂ ਹੋਈਆਂ ਆ, ਕੁਝ ਵੀਡੀਓਜ਼ ਲੱਗੇ ਹੋਏ ਆ, ਕੁਝ ਟੈਕਸਟ ਲਿਖਿਆ ਹੋਇਆ ਆ, ਕੁਝ ਸਾਊਂਡ ਵੀ ਲਗਾਏ ਹੋ ਸਕਦੇ ਆ। HTML ਇਹ ਸਾਨੂੰ ਸਾਰੀ ਫੈਸਿਲਿਟੀ ਪ੍ਰੋਵਾਈਡ ਕਰਦਾ ਹੈ। ਪ੍ਰੋਗਰਾਮਰ ਇਸ ਦੀ ਵਰਤੋਂ ਨਾਲ ਆਸਾਨੀ ਨਾਲ ਦੂਸਰੇ ਪੇਜਾਂ ਅਤੇ ਵੈਬ ਪੇਜਾਂ ਵਿੱਚ ਲਿੰਕ ਬਣਾ ਸਕਦਾ ਹੈ। ਜਿੱਦਾਂ ਕਿ ਹੁਣ ਮੈਂ ਜੇਕਰ ਇਸ ਲਿੰਕ ਤੇ ਕਲਿੱਕ ਕਰੂੰਗਾ ਤੇ ਕੋਈ ਹੋਰ ਪੇਜ ਖੁੱਲ ਜਾਏਗਾ, ਜੇਕਰ ਮੈਂ ਇੱਥੇ ਕਲਿੱਕ ਕਰੂੰਗਾ ਤੇ ਕੋਈ ਹੋਰ ਪੇਜ ਖੁੱਲ ਜਾਏਗਾ। ਤੇ ਇਹ HTML ਸਾਨੂੰ ਫੈਸਿਲਿਟੀ ਪ੍ਰੋਵਾਈਡ ਕਰਦੀ ਹੈ ਕਿ ਅਸੀਂ ਆਸਾਨੀ ਦੇ ਨਾਲ ਪੇਜਾਂ ਨੂੰ ਇੱਕ ਦੂਸਰੇ ਨਾਲ ਲਿੰਕ ਕਰ ਸਕਦੇ ਹਾਂ। HTML ਵਿੱਚ ਪਹਿਲਾਂ ਤੋਂ ਹੀ ਬਹੁਤ ਸਾਰੇ ਟੈਗ ਡਿਫਾਈਨ ਹਨ। ਹਾਂਜੀ, ਹੁਣ HTML ਇੱਕ ਰਿਚ ਭਾਸ਼ਾ ਆ ਵੀ ਇਹਦੇ ਵਿੱਚ ਬਹੁਤ ਸਾਰੇ ਟੈਗ ਜਿਹੜੇ ਆ ਉਹ ਸਾਨੂੰ ਪਹਿਲਾਂ ਹੀ ਦਿੱਤੇ ਗਏ ਆ। ਆਪਾਂ ਸਿਰਫ ਉਹਨਾਂ ਦੀ ਵਰਤੋਂ ਹੀ ਕਰਦੇ ਹਾਂ, ਸਾਨੂੰ ਕੁਝ ਨਵਾਂ ਐਡ ਨਹੀਂ ਕਰਨਾ ਪੈਂਦਾ। ਅਸੀਂ ਉਹਨਾਂ ਟੈਗਸ ਦੀ ਵਰਤੋਂ ਕਰਕੇ ਹੀ ਬਹੁਤ ਸੁੰਦਰ ਜਿਹੜੇ ਵੈਬ ਪੇਜ ਆ ਉਹ ਆਸਾਨੀ ਨਾਲ ਬਣਾ ਸਕਦੇ ਹਾਂ। HTML ਕੇਸ ਸੈਂਸਿਟਿਵ ਲੈਂਗੁਏਜ ਨਹੀਂ ਹੈ। ਹੁਣ ਭਾਵ ਅਸੀਂ ਟੈਗ ਕੈਪੀਟਲ ਲੈਟਰ ਜਾਂ ਸਮਾਲ ਲੈਟਰ ਦੋਵਾਂ ਵਿੱਚ ਲਿਖ ਸਕਦੇ ਹਾਂ, ਪਰ ਕੁਝ ਟੈਗ ਕੇਸ ਸੈਂਸਿਟਿਵ ਵੀ ਹੁੰਦੇ ਹਨ ਜਿੱਦਾਂ ਕਿ NBSP। ਹਾਂਜੀ, ਹੁਣ ਇਸ ਗੱਲ ਨੂੰ ਥੋੜਾ ਸਮਝੀਏ। ਕੇਸ ਸੈਂਸਿਟਿਵ ਮਤਲਬ ਕੈਪੀਟਲ ਜਾਂ ਲੋਅਰ ਕੇਸ। ਠੀਕ ਹੈ ਜੀ, ਜਿੱਦਾਂ ਕਿ ਇੱਥੇ ਹੁਣ ਟਾਈਟਲ ਜਿਹੜਾ ਆ ਉਹ ਵੱਡੀ ABC ਵਿੱਚ ਲਿਖਿਆ ਗਿਆ ਤੇ ਇੱਥੇ ਟਾਈਟਲ ਜਿਹੜਾ ਆ ਛੋਟੀ ABC ਵਿੱਚ ਲਿਖਿਆ ਗਿਆ। ਤੇ ਅਸੀਂ ਜਦੋਂ HTML ਟੈਗ ਲਿਖਾਂਗੇ ਤੇ ਇਹਦੇ ਵਿੱਚ ਕੋਈ ਕੇਸ ਸੈਂਸਿਟਿਵਿਟੀ ਨਹੀਂ ਆ ਕਿ ਜੇਕਰ ਅਸੀਂ ਚਾਹੇ ਟਾਈਟਲ ਛੋਟੀ ABC ਵਿੱਚ ਲਿਖੀਏ ਚਾਹੇ ਟਾਈਟਲ ਵੱਡੀ ABC ਵਿੱਚ ਲਿਖੀਏ, ਉਹ ਦੋਵੇਂ ਕੰਮ ਕਰਨਗੇ। ਠੀਕ ਆ, ਕੁਝ ਭਾਸ਼ਾਵਾਂ ਜਿਹੜੀਆਂ ਹੁੰਦੀਆਂ ਉਹ ਕੇਸ ਸੈਂਸਿਟਿਵ ਹੁੰਦੀਆਂ ਕਿ ਜੇਕਰ ਉਸ ਚੀਜ਼ ਨੂੰ ਜੇ ਕੈਪੀਟਲ 'ਚ ਲਿਖਿਆ ਜਾਂਦਾ ਤੇ ਉਹਨੂੰ ਕੈਪੀਟਲ ਵਿੱਚ ਹੀ ਲਿਖਿਆ ਜਾਵੇਗਾ। ਜੇਕਰ ਅਸੀਂ ਉਹਨੂੰ ਲੋਅਰ ਕੇਸ ਵਿੱਚ ਲਿਖਾਂਗੇ ਤੇ ਉਹ ਗਲਤ ਐਰਰ ਪ੍ਰੋਵਾਈਡ ਕਰਦਾ ਹੈ। ਪਰ HTML ਵਿੱਚ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਅਸੀਂ ਚਾਹੇ ਛੋਟੀ ABC ਵਿੱਚ ਆਪਣਾ ਪ੍ਰੋਗਰਾਮ ਲਿਖੀਏ ਚਾਹੇ ਵੱਡੀ ABC ਵਿੱਚ ਲਿਖੀਏ, ਸਾਡਾ ਪ੍ਰੋਗਰਾਮ ਉਸੇ ਤਰੀਕੇ ਨਾਲ ਹੀ ਕੰਮ ਕਰੇਗਾ। ਇਸ ਲਈ ਇਹ ਕੇਸ ਸੈਂਸਿਟਿਵ ਲੈਂਗੁਏਜ ਨਹੀਂ ਹੈ। HTML ਇੱਕ ਸਟੈਂਡਰਡ ਮਾਰਕਅਪ ਲੈਂਗੁਏਜ ਹੈ ਜਿਸ ਦਾ ਇਸਤੇਮਾਲ ਵੈਬ ਪੇਜ ਨੂੰ ਡਿਜ਼ਾਈਨ ਕਰਨ ਲਈ ਕੀਤਾ ਜਾਂਦਾ ਹੈ। ਜੇਕਰ ਅਸੀਂ ਵੈਬ ਡਿਵੈਲਪਮੈਂਟ ਸਿੱਖਣਾ ਚਾਹੁੰਦੇ ਹਾਂ ਤਾਂ ਸਾਨੂੰ HTML ਨੂੰ ਚੰਗੀ ਤਰ੍ਹਾਂ ਸਿੱਖਣਾ ਪਵੇਗਾ। PHP, ASP, GSP ਲੈਂਗੁਏਜ ਜੇਕਰ ਸਿੱਖਣਾ ਚਾਹੁੰਦੇ ਹਾਂ ਤਾਂ ਸਾਨੂੰ HTML ਦੀ ਵਰਤੋਂ ਕਰਨੀ ਹੀ ਪਵੇਗੀ। ਹੁਣ ਇਹ ਸਾਰੀਆਂ ਜੋ ਭਾਸ਼ਾਵਾਂ ਹਨ ਇਹਨਾਂ ਸਾਰਿਆਂ ਦੀ ਵਰਤੋਂ ਵੈਬ ਡਿਵੈਲਪਮੈਂਟ ਵਾਸਤੇ ਹੁੰਦੀ ਹੈ, ਪਰ ਇਹ ਸਾਰੀਆਂ ਤਾਂ ਹੀ ਕੰਮ ਕਰਨਗੀਆਂ ਜੇਕਰ ਨਾਲ HTML ਹੋਵੇਗੀ।
HTML ਦਾ ਸਾਥ ਲੈ ਕੇ ਹੀ ਇਹ ਸਾਰੀਆਂ ਜਿਹੜੀਆਂ ਭਾਸ਼ਾਵਾਂ ਹਨ ਉਹ ਕੰਮ ਕਰਦੀਆਂ। ਤੇ ਜੇਕਰ ਅਸੀਂ PHP ਸਿੱਖਣਾ ਚਾਹੁੰਦੇ ਹਾਂ ਤਾਂ ਸਾਨੂੰ HTML ਆਉਣੀ ਚਾਹੀਦੀ ਹੈ। ਜੇਕਰ ਅਸੀਂ Java ਦੇ ਵਿੱਚ ਵੈਬ ਡਿਵੈਲਪਮੈਂਟ ਕਰਨਾ ਚਾਹੁੰਦੇ ਹਾਂ ਤਾਂ ਵੀ ਸਾਨੂੰ HTML ਆਉਣੀ ਚਾਹੀਦੀ ਹੈ। Python 'ਚ ਕਰਨਾ ਚਾਹੁੰਦੇ ਤਾਂ ਵੀ HTML ਆਉਂਦੀ ਹੋਣੀ ਚਾਹੀਦੀ ਹੈ। ਤੇ ਇਹ ਸਾਰੀਆਂ ਭਾਸ਼ਾਵਾਂ ਕੰਮ ਕਰਦੀਆਂ ਵੈਬ ਡਿਵੈਲਪਮੈਂਟ ਵਿੱਚ, ਪਰ ਇਹਨਾਂ ਸਾਰਿਆਂ ਨੂੰ ਸਿੱਖਣ ਵਾਸਤੇ ਸਾਨੂੰ ਪਹਿਲਾਂ HTML ਨੂੰ ਸਿੱਖਣਾ ਜ਼ਰੂਰੀ ਹੈ, ਤਾਈਓ ਇਹ ਬਾਕੀ ਭਾਸ਼ਾਵਾਂ ਜਿਹੜੀਆਂ ਆ ਉਹ ਸਿੱਖੀਆਂ ਜਾ ਸਕਦੀਆਂ। ਇਸ ਲਈ HTML ਜਿਹੜੀ ਇੱਕ ਬਹੁਤ ਹੀ ਇੰਪੋਰਟੈਂਟ ਭਾਸ਼ਾ ਸਾਡੇ ਵਾਸਤੇ ਹੋ ਜਾਂਦੀ ਆ। HTML ਹੈ ਕੀ ਆ? HTML ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। HTML ਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਇਹ ਇੱਕ ਸਧਾਰਨ ਭਾਸ਼ਾ ਹੈ। ਇਹ ਟੈਕਸਟ ਬੇਸ ਹੈ, ਮਤਲਬ ਇਹਦੇ ਵਿੱਚ ਟੈਗਸ ਵਰਤੇ ਜਾਂਦੇ ਆ ਜੋ ਕਿ ਅਕਸ਼ਰਾਂ ਦੇ ਨਾਲ ਬਣੇ ਹੋਏ ਆ। ਟੈਕਸਟ ਬੇਸ ਹੈ। ਇਹਦੀ ਵਰਤੋਂ ਵੈਬ ਪੇਜ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਅਸੀਂ ਪਹਿਲਾਂ ਹੀ ਪੜ੍ਹ ਕੇ ਆਏ ਹੋਏ ਹਾਂ ਕਿ ਅਸੀਂ ਵੈਬ ਪੇਜ ਨੂੰ ਜੇ ਡਿਜ਼ਾਈਨ ਕਰਨਾ ਚਾਹੁੰਦੇ ਹਾਂ ਤਾਂ HTML ਦੀ ਵਰਤੋਂ ਕਰਕੇ ਹੀ ਕਰ ਪਾਵਾਂਗੇ। ਵੈਬ ਪੇਜਾਂ ਦੇ ਸਮੂਹ ਨੂੰ ਵੈਬਸਾਈਟ ਕਿਹਾ ਜਾਂਦਾ ਹੈ। ਤੇ ਜਦੋਂ ਅਸੀਂ ਵੈਬ ਪੇਜਾਂ ਨੂੰ ਆਪਸ ਵਿੱਚ ਮਿਲਾ ਦਿੰਦੇ ਹਾਂ ਤਾਂ ਕੀ ਬਣ ਜਾਂਦੀ ਹੈ? ਇੱਕ ਵੈਬਸਾਈਟ। ਜਿੱਦਾਂ ਕਿ ਅਲੱਗ-ਅਲੱਗ ਵੈਬ ਪੇਜ ਅਸੀਂ ਬਣਾਏ ਤੇ ਜਦੋਂ ਇਹਨਾਂ ਸਾਰਿਆਂ ਨੂੰ ਸਾਰੇ ਕੀ ਆ? ਅਲੱਗ-ਅਲੱਗ ਵੈਬ ਪੇਜਸ। ਤੇ ਜਦੋਂ ਇਹਨਾਂ ਸਾਰਿਆਂ ਨੂੰ ਇਕੱਠਾ ਕਰਤਾ ਤੇ ਆਪਾਂ ਨੂੰ ਕੀ ਕਹਿੰਦੇ ਆ? ਵੈਬਸਾਈਟ। ਵੈਬ ਪੇਜ ਵਿੱਚ ਵਰਤੀਆਂ ਜਾਣ ਵਾਲੀਆਂ HTML ਦੀਆਂ ਕਮਾਂਡਸ ਨੂੰ ਟੈਗ ਕਿਹਾ ਜਾਂਦਾ ਹੈ। ਹੁਣ ਜੇਕਰ ਅਸੀਂ ਵੈਬ ਪੇਜ ਬਣਾਉਣਾ ਚਾਹੁੰਦੇ ਹਾਂ ਤੇ ਉਹਦੇ ਵਿੱਚ ਕੁਝ ਕਮਾਂਡਸ ਲਿਖਣੀਆਂ ਪੈਂਦੀਆਂ। ਉਹਨਾਂ ਕਮਾਂਡਸ ਨੂੰ ਕੀ ਕਿਹਾ ਜਾਂਦਾ ਆ? ਟੈਗਸ, ਜਿਨ੍ਹਾਂ ਬਾਰੇ ਆਪਾਂ ਅੱਗੇ ਪੜਾਂਗੇ। ਟੈਗਸ ਕੁਝ ਖਾਸ ਨਿਰਦੇਸ਼ ਹੁੰਦੇ ਹਨ ਜੋ ਵੈਬ ਬਰਾਊਜ਼ਰ ਨੂੰ ਵਿਸ਼ੇਸ਼ ਕਾਰਜ ਕਰਨ ਲਈ ਨਿਰਦੇਸ਼ ਦਿੰਦੇ ਹਨ। ਟੈਗਸ ਨੂੰ ਐਂਗਲ ਬ੍ਰੈਕਟਾਂ ਨਾਲ ਦਰਸਾਇਆ ਜਾਂਦਾ ਹੈ। ਹੁਣ ਅਸੀਂ ਗੱਲ ਕੀਤੀ ਟੈਗਸ। ਟੈਗਸ ਇਹ ਐਂਗਲ ਬ੍ਰੈਕਟਾਂ ਵਿੱਚ ਲਿਖੇ ਜਾਂਦੇ ਆ। ਇਹ ਦੋ ਕਿਸਮ ਦੇ ਹੁੰਦੇ ਆ। ਟੈਗਸ HTML ਵਿੱਚ ਦੋ ਕਿਸਮ ਦੇ ਟੈਗ ਵਰਤੇ ਜਾਂਦੇ ਹਨ, ਕੰਟੇਨਰ ਟੈਗ ਅਤੇ ਐਮਪਟੀ ਟੈਗ। ਹੁਣ ਟੈਗ ਕੀ ਹੁੰਦਾ ਹੈ? ਟੈਗ ਵੈਬ ਪੇਜ ਵਿੱਚ ਵਰਤੀਆਂ ਜਾਣ ਵਾਲੀਆਂ HTML ਦੀਆਂ ਕਮਾਂਡਸ ਨੂੰ ਟੈਗ ਕਿਹਾ ਜਾਂਦਾ ਹੈ। ਟੈਗ ਕੁਝ ਖਾਸ ਨਿਰਦੇਸ਼ ਹੁੰਦੇ ਹਨ ਜੋ ਵੈਬ ਬਰਾਊਜ਼ਰ ਨੂੰ ਵਿਸ਼ੇਸ਼ ਕਾਰਜ ਕਰਨ ਲਈ ਨਿਰਦੇਸ਼ ਦਿੰਦੇ ਹਨ। ਟੈਗ ਨੂੰ ਐਂਗਲ ਬ੍ਰੈਕਟਾਂ, ਆਹ ਵਾਲੀਆਂ ਐਂਗਲ ਬ੍ਰੈਕਟਾਂ ਆ, ਨਾਲ ਦਰਸਾਇਆ ਜਾਂਦਾ ਹੈ। HTML ਵਿੱਚ ਦੋ ਕਿਸਮ ਦੇ ਟੈਗ ਵਰਤੇ ਜਾਂਦੇ ਹਨ। ਕੰਟੇਨਰ ਟੈਗ, ਇਹਨਾਂ ਨੂੰ ਪੇਅਰ ਟੈਗ ਜਾਂ ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ। ਇਹ ਡਾਕੂਮੈਂਟ 'ਚ ਦੋ ਵਾਰ ਵਰਤੇ ਜਾਂਦੇ ਹਨ। ਉਦਾਹਰਨ ਲਈ ਬੀ, ਹੈਲੋ ਬੀ। ਹੁਣ ਇੱਥੇ ਅਸੀਂ ਜਿੱਦਾਂ ਪਿੱਛੇ ਪੜ੍ਹ ਕੇ ਆਏ ਹਾਂ ਕਿ ਟੈਗ ਐਂਗਲ ਬ੍ਰੈਕਟਾਂ ਦੇ ਵਿੱਚ ਲਿਖੇ ਜਾਂਦੇ। ਹੁਣ ਐਂਗਲ ਬ੍ਰੈਕਟਾਂ ਵਿੱਚ ਅਸੀਂ ਬੀ ਲਿਖਿਆ ਆ ਤੇ ਇੱਥੇ ਐਂਗਲ ਬ੍ਰੈਕਟਾਂ ਦੇ ਵਿੱਚ ਆਪਾਂ ਸਲੈਸ਼ ਪਾ ਕੇ ਫਿਰ ਬੀ ਲਿਖਿਆ ਹੋਇਆ ਤੇ ਉਹਦੇ ਵਿੱਚ ਕੁਝ ਟੈਕਸਟ ਲਿਖਿਆ ਹੋਇਆ। ਹੁਣ ਆਹ ਵਾਲਾ ਏਰੀਆ ਜੋ ਹੈ ਇਹ ਸਾਡਾ ਇਹਦਾ ਸ਼ੁਰੂਆਤੀ ਟੈਗ ਹੈ ਤੇ ਆਹ ਇਸ ਦਾ ਬੰਦ ਹੋਣ ਵਾਲਾ ਟੈਗ ਹੈ। ਇਹਨਾਂ ਨੂੰ ਕੰਟੇਨਰ ਟੈਗ ਕਹਿੰਦੇ ਆ। ਜਿਹੜੇ ਟੈਗ ਜਿਨ੍ਹਾਂ ਦਾ ਇੱਕ ਸ਼ੁਰੂਆਤੀ ਟੈਗ ਅਤੇ ਇੱਕ ਬੰਦ ਕਰਨ ਵਾਲਾ ਟੈਗ ਹੁੰਦਾ ਹੈ ਉਹਨਾਂ ਨੂੰ ਕੰਟੇਨਰ ਟੈਗ ਕਿਹਾ ਜਾਂਦਾ ਹੈ। ਇਹ ਡਾਕੂਮੈਂਟ ਵਿੱਚ ਦੋ ਵਾਰੀ ਵਰਤੇ ਜਾਂਦੇ ਹਨ। ਇੱਕ ਹੁੰਦੇ ਆ ਐਮਪਟੀ ਟੈਗ, ਇਹਨਾਂ ਨੂੰ ਸਿੰਗੂਲਰ ਟੈਗ ਵੀ ਕਿਹਾ ਜਾਂਦਾ ਹੈ। ਇਹ ਡਾਕੂਮੈਂਟ ਵਿੱਚ ਇੱਕ ਵਾਰ ਹੀ ਵਰਤਿਆ ਜਾਂਦਾ ਹੈ। ਹੁਣ ਦੇਖੋ ਅਸੀਂ ਬੀ ਅਤੇ ਸਲੈਸ਼ ਬੀ, ਇਹ ਸ਼ੁਰੂਆਤੀ ਟੈਗ ਅਤੇ ਬੰਦ ਕਰਨ ਵਾਲਾ ਟੈਗ, ਪਰ ਸਾਡੇ ਕੋਲ BR, HR ਕੁਛ ਇੱਦਾਂ ਦੇ ਟੈਗ ਹੈਗੇ ਆ ਜਿਨ੍ਹਾਂ ਦੇ ਸ਼ੁਰੂਆਤੀ ਟੈਗ ਹੁੰਦੇ ਆ ਪਰ ਉਹਨਾਂ ਨੂੰ ਬੰਦ ਨਹੀਂ ਕੀਤਾ ਜਾਂਦਾ। ਠੀਕ ਹੈ, ਬੰਦ ਕਰਨ ਦਾ ਮਤਲਬ ਸਲੈਸ਼ ਪਾ ਕੇ ਬੰਦ ਕੀਤਾ ਜਾਂਦਾ, ਪਰ ਇਹਨਾਂ ਦਾ ਬੰਦ ਕਰਨ ਵਾਲਾ ਟੈਗ ਨਹੀਂ ਹੁੰਦਾ। ਇੱਦਾਂ ਦੇ ਟੈਗ ਨੂੰ ਅਸੀਂ ਐਮਪਟੀ ਟੈਗ ਕਹਿੰਦੇ ਹਾਂ। ਜਿੱਦਾਂ ਕਿ ਹੁਣ ਆ ਦੇਖੋ, ਆ ਅਸੀਂ ਇੱਥੇ HTML ਐਂਗਲ ਬ੍ਰੈਕਟਾਂ ਵਿੱਚ HTML ਲਿਖਿਆ ਤੇ ਇੱਥੇ ਸਲੈਸ਼ HTML ਅਸੀਂ ਬੰਦ ਕੀਤਾ। ਹੁਣ ਇੱਥੇ ਹੈਡ ਅਸੀਂ ਲਿਖਿਆ ਤੇ ਹੈਡ ਨੂੰ ਸਲੈਸ਼ ਹੈਡ ਬੰਦ ਕੀਤਾ। ਇੱਥੇ ਟਾਈਟਲ ਸ਼ੁਰੂ ਕੀਤਾ ਤੇ ਟਾਈਟਲ ਸਲੈਸ਼ ਬੰਦ ਕੀਤਾ। ਹੁਣ ਇਹ ਸਾਰੇ ਟੈਗ ਕਿਹੜੇ ਹਨ? ਕੰਟੇਨਰ ਟੈਗ, ਕਿਉਂਕਿ ਇੱਕ ਸ਼ੁਰੂਆਤੀ ਟੈਗ ਤੇ ਇੱਕ ਬੰਦ ਕਰਨ ਵਾਲਾ ਟੈਗ, ਇੱਕ ਸ਼ੁਰੂਆਤੀ ਟੈਗ ਅਤੇ ਬੰਦ ਟੈਗ ਕਰਨ ਵਾਲਾ ਟੈਗ, ਤੇ ਇਦਾਂ ਦੇ ਟੈਗਸ ਨੂੰ ਅਸੀਂ ਕੰਟੇਨਰ ਟੈਗ ਕਹਿੰਦੇ ਹਾਂ। ਤੇ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਕਿ ਜਦੋਂ ਅਸੀਂ HTML ਡਾਕੂਮੈਂਟ ਬਣਾ ਰਹੇ ਹਾਂ, ਜੇਕਰ ਅਸੀਂ ਕਿਸੇ ਕੰਟੇਨਰ ਟੈਗ ਨੂੰ ਆਪਣੇ ਡਾਕੂਮੈਂਟ ਵਿੱਚ ਵਰਤ ਰਹੇ ਹਾਂ, ਜੇਕਰ ਅਸੀਂ ਉਹਨੂੰ ਸ਼ੁਰੂ ਕੀਤਾ ਹੈ ਤੇ ਉਸ ਨੂੰ ਬੰਦ ਵੀ ਕਰਨਾ ਪਵੇਗਾ। ਜੇਕਰ ਅਸੀਂ ਬੰਦ ਨਹੀਂ ਕਰਾਂਗੇ ਤੇ ਸਾਡਾ ਵੈਬ ਪੇਜ ਜਿਹੜਾ ਆ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰੇਗਾ। ਇਸ ਦੇ ਉਲਟ ਜੋ ਐਮਪਟੀ ਟੈਗ ਹੈ, ਜਿੱਦਾਂ ਕਿ ਆ HTML, ਟਾਈਟਲ, ਬੀ, ਇਹ ਸਾਰੇ ਕੰਟੇਨਰ ਟੈਗ ਹਨ, ਪਰ BR, HR, ਇਮੇਜ, ਇਹ ਸਾਰੇ ਜਿਹੜੇ ਹੈਗੇ ਐਮਪਟੀ ਟੈਗ ਹਨ। ਇਹਨਾਂ ਦੇ ਕਲੋਜ਼ਿੰਗ ਟੈਗ ਨਹੀਂ ਹੁੰਦੇ। HTML ਐਡੀਟਰ ਕੀ ਹੈ? ਹੁਣ ਦੇਖੋ ਜੀ, ਅਸੀਂ HTML ਵਿੱਚ ਪੇਜ ਬਣਾਉਣਾ ਚਾਹੁੰਦੇ ਹਾਂ ਤੇ ਉਹ ਪੇਜ ਬਣਾਉਣ ਵਾਸਤੇ ਸਾਨੂੰ ਇੱਕ ਸੌਫਟਵੇਅਰ ਦੀ ਲੋੜ ਹੈ। ਉਹ ਸੌਫਟਵੇਅਰ ਕੀ ਹੈਗਾ ਆ?
HTML ਐਡੀਟਰ। ਜੋ ਅਸੀਂ ਆਪਣੀ ਕੋਡਿੰਗ ਲਿਖਣੀ ਆ, ਉਹ ਜਿਸ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੀ ਕੋਡਿੰਗ ਲਿਖਣੀ ਆ ਉਹਨੂੰ ਕੀ ਕਹਿੰਦੇ ਆ, HTML ਐਡੀਟਰ। ਇੱਕ ਵੈਬ ਪੇਜ ਵਿੱਚ ਵੈਬਸਾਈਟ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਨੂੰ ਸਟੋਰ ਕੀਤਾ ਜਾਂਦਾ ਹੈ। ਇੱਕ ਸਧਾਰਨ ਵੈਬ ਪੇਜ ਬਣਾਉਣ ਲਈ HTML ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ, ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ ਕਿ ਜੇਕਰ ਅਸੀਂ ਵੈਬ ਪੇਜ ਬਣਾਉਣਾ ਚਾਹੁੰਦੇ ਹਾਂ ਸਾਨੂੰ HTML ਭਾਸ਼ਾ ਦੀ ਵਰਤੋਂ ਕਰਨੀ ਪਏਗੀ। HTML ਰਾਹੀਂ ਵੈਬ ਪੇਜ ਬਣਾਉਣ ਲਈ ਕਿਸੇ ਟੈਕਸਟ ਐਡੀਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੁਣ ਅਸੀਂ ਜੇਕਰ ਵੈਬ ਪੇਜ ਨੂੰ ਬਣਾਉਣਾ ਆ, ਡਿਜ਼ਾਈਨ ਕਰਨਾ ਆ, ਤੇ ਉਹਦੀ ਕੋਡਿੰਗ ਲਿਖਣ ਵਾਸਤੇ ਸਾਨੂੰ ਇੱਕ ਐਡੀਟਰ ਦੀ ਲੋੜ ਪਵੇਗੀ, ਜਿਵੇਂ ਕਿ ਨੋਟਪੈਡ, ਇਹ ਵੀ ਇੱਕ ਐਡੀਟਰ ਹੈ। ਨੋਟਪੈਡ ਪਲੱਸ, ਬ੍ਰੈਕਟਸ, ਕੋਡਸ, ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਆ ਟੈਕਸਟ ਐਡੀਟਰ ਸਾਨੂੰ ਮਿਲ ਜਾਂਦੇ ਆ। ਹੁਣ ਨੋਟਪੈਡ ਇੱਕ ਸਧਾਰਨ ਟੈਕਸਟ ਐਡੀਟਰ ਹੈ ਜੋ ਸਾਨੂੰ ਪਹਿਲਾਂ ਹੀ ਇੰਸਟਾਲਡ ਮਿਲਦਾ ਹੈ, ਜਦ ਕਿ ਬਾਕੀ ਐਡੀਟਰ ਸਾਨੂੰ ਵੱਖਰੇ ਤੌਰ ਤੇ ਡਾਊਨਲੋਡ ਕਰਕੇ ਇੰਸਟਾਲ ਕਰਨੇ ਪੈਂਦੇ ਹਨ। ਨੋਟਪੈਡ ਵਿੱਚ ਇੱਕ ਸਧਾਰਨ ਵੈਬ ਪੇਜ ਤਿਆਰ ਕਰਨ ਲਈ ਕੋਡ ਨੂੰ ਟਾਈਪ ਕਰੋ ਅਤੇ .html ਐਕਸਟੈਂਸ਼ਨ ਨਾਲ ਸੇਵ ਕਰੋ। ਅਗਰ ਵੈਬ ਪੇਜ ਬਣਾਉਣਾ ਚਾਹੁੰਦੇ ਆ ਤੇ ਸਾਨੂੰ ਇੱਕ ਟੈਕਸਟ ਐਡੀਟਰ ਦੀ ਲੋੜ ਆ। ਉਹ ਨੋਟਪੈਡ ਵੀ ਹੋ ਸਕਦਾ, ਉਹ ਨੋਟਪੈਡ ਪਲੱਸ ਪਲੱਸ ਵੀ ਹੋ ਸਕਦਾ, ਉਹ ਬ੍ਰੈਕਟਸ ਵੀ ਹੋ ਸਕਦਾ, ਜਾਂ ਕੋਈ ਹੋਰ ਵੀ ਹੋ ਸਕਦਾ। ਹੁਣ ਜੋ ਨੋਟਪੈਡ ਆ ਇਹ ਸਾਨੂੰ ਵਿੰਡੋਜ਼ ਦੇ ਵਿੱਚ ਪਹਿਲਾਂ ਹੀ ਇੰਸਟਾਲਡ ਮਿਲਦਾ, ਜਦ ਕਿ ਨੋਟਪੈਡ ਪਲੱਸ ਪਲੱਸ ਜਾਂ ਬ੍ਰੈਕਟਸ ਜਾਂ ਕੋਈ ਹੋਰ ਟੈਕਸਟ ਐਡੀਟਰ ਜੇਕਰ ਅਸੀਂ ਵਰਤਣਾ ਚਾਹੁੰਦੇ ਹਾਂ ਤਾਂ ਸਾਨੂੰ ਨੈੱਟ ਤੋਂ ਪਹਿਲਾਂ ਡਾਊਨਲੋਡ ਕਰਨਾ ਪਏਗਾ। ਡਾਊਨਲੋਡ ਕਰਕੇ ਫਿਰ ਇੰਸਟਾਲ ਕਰਕੇ ਫਿਰ ਆਪਾਂ ਉਹਦੀ ਵਰਤੋਂ ਕਰ ਸਕਦੇ ਹਾਂ। ਇਹ ਉੱਦਾਂ ਸਾਨੂੰ ਆਪਣੇ ਕੰਪਿਊਟਰ ਵਿੱਚ ਨਹੀਂ ਮਿਲਦੇ, ਪਰ ਨੋਟਪੈਡ ਸਾਨੂੰ ਪਹਿਲਾਂ ਹੀ ਮਿਲ ਜਾਂਦਾ। ਅਸੀਂ ਤਿੰਨਾਂ ਦੀ ਜਾਂ ਬਾਕੀਆਂ ਦੀ ਵੀ ਵਰਤੋਂ ਕਰਕੇ ਆਪਣੇ ਵੈਬ ਪੇਜ ਡਿਵੈਲਪ ਕਰ ਸਕਦੇ ਹਾਂ, ਪਰ ਅਸੀਂ ਜੋ ਕੰਮ ਕਰਾਂਗੇ ਉਹ ਨੋਟਪੈਡ ਦੇ ਵਿੱਚ ਹੀ ਕਰਾਂਗੇ। ਐਡੀਟਰ ਇੱਕ ਪ੍ਰੋਗਰਾਮ ਹੁੰਦਾ ਹੈ ਜਿਹਦੇ ਵਿੱਚ ਅਸੀਂ ਆਪਣੇ ਵੈਬ ਪੇਜ ਦੀ ਸਾਰੀ ਕੋਡਿੰਗ ਲਿਖਦੇ ਹਾਂ ਤੇ ਬਾਅਦ ਵਿੱਚ ਉਹਨੂੰ ਸੇਵ ਕਰਦੇ ਹਾਂ। ਠੀਕ ਹੈ ਜੀ, ਤੇ ਸੇਵ ਕਰਨ ਲੱਗੇ ਉਹਦੇ ਨਾਮ ਦੇ ਬਾਅਦ .html ਐਕਸਟੈਂਸ਼ਨ ਲਿਖਣੀ ਜ਼ਰੂਰੀ ਹੈ। ਵੈਬ ਬਰਾਊਜ਼ਰ ਕੀ ਹੁੰਦਾ? ਵੈਬ ਬਰਾਊਜ਼ਰ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਇਸ ਦੀ ਵਰਤੋਂ ਵੈਬ ਪੇਜ ਦੇਖਣ ਲਈ ਕੀਤੀ ਜਾਂਦੀ ਹੈ। ਠੀਕ ਹੈ ਜੀ, ਹੁਣ ਜੋ ਅਸੀਂ ਵੈਬ ਪੇਜ ਬਣਾਇਆ ਹੈ ਉਸ ਨੂੰ ਜੇਕਰ ਦੇਖਣਾ ਚਾਹੁੰਦੇ ਹਾਂ, ਚੈੱਕ ਕਰਨਾ ਚਾਹੁੰਦੇ ਹਾਂ, ਤੇ ਸਾਨੂੰ ਇੱਕ ਬਰਾਊਜ਼ਰ ਦੀ ਲੋੜ ਹੈ, ਜਿੱਦਾਂ ਕਿ ਇੰਟਰਨੈਟ ਐਕਸਪਲੋਰਰ, ਗੂਗਲ ਕਰੋਮ, ਮੋਜ਼ਿਲਾ ਫਾਇਰਫੌਕਸ, ਓਪੇਰਾ ਆਦਿ ਕੁਝ ਆਮ ਵਰਤੇ ਜਾਣੇ ਵੈਬ ਬਰਾਊਜ਼ਰ ਹੈ ਜਿਨ੍ਹਾਂ ਦੀ ਵਰਤੋਂ ਅਸੀਂ ਵੈਬਸਾਈਟਾਂ ਨੂੰ ਦੇਖਣ ਵਾਸਤੇ ਜਾਂ ਇੰਟਰਨੈਟ ਸਰਫ ਕਰਨ ਵਾਸਤੇ ਕਰਦੇ ਹਾਂ। ਇੰਟਰਨੈਟ ਐਕਸਪਲੋਰਰ ਵਰਲਡ ਵਾਈਡ ਵੈਬ ਦਾ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਵੈਬ ਬਰਾਊਜ਼ਰ ਹੈ। ਇਹ ਮਾਈਕਰੋਸਾਫਟ ਵਿੰਡੋਜ਼ ਆਪਰੇਟਿੰਗ ਸਿਸਟਮ ਤੋਂ ਵਿੱਚ ਪਹਿਲਾਂ ਹੀ ਸਾਨੂੰ ਮਿਲ ਜਾਂਦਾ। ਇੰਟਰਨੈਟ ਐਕਸਪਲੋਰਰ ਜੋ ਵੈਬ ਬਰਾਊਜ਼ਰ ਹੈ ਇਹ ਸਾਨੂੰ ਪਹਿਲਾਂ ਹੀ ਵਿੰਡੋਜ਼ ਦੇ ਵਿੱਚ ਇੰਸਟਾਲਡ ਮਿਲ ਜਾਂਦਾ, ਜਦ ਕਿ ਗੂਗਲ ਕਰੋਮ, ਮੋਜ਼ਿਲਾ ਜਾਂ ਓਪੇਰਾ ਇਹ ਸਾਨੂੰ ਐਕਸਟਰਾ ਇੰਸਟਾਲ ਕਰਨੇ ਪੈਂਦੇ ਆ ਨੈਟ ਤੋਂ ਡਾਊਨਲੋਡ ਕਰਕੇ। ਠੀਕ ਹੈ ਜੀ, ਤੇ ਇੰਟਰਨੈਟ ਐਕਸਪਲੋਰਰ ਜਿਹੜਾ ਆਮ ਵਰਤਿਆ ਜਾਣ ਵਾਲਾ ਵੈਬ ਬਰਾਊਜ਼ਰ ਹੈ। ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਇਹ ਸਾਰੇ ਇੰਟਰਨੈਟ ਸਰਫ ਕਰਨ ਵਾਸਤੇ ਵਰਤੇ ਜਾਂਦੇ ਆ। ਕੰਮ ਇਹਨਾਂ ਦਾ ਸੇਮ ਆ, ਜੋ ਕੰਮ ਇਸਨੇ ਕਰਨਾ ਉਹਨਾਂ ਨੇ, ਇਹਨਾਂ ਸਾਰਿਆਂ ਨੇ ਸੇਮ ਉਹੀ ਕੰਮ ਕਰਨਾ। ਠੀਕ ਆ, ਤੇ ਜੋ ਅਸੀਂ ਵੈਬ ਪੇਜ ਬਣਾਵਾਂਗੇ ਉਹ ਇਹਨਾਂ ਵੈਬ ਬਰਾਊਜ਼ਰ ਤੇ ਅਸੀਂ ਚਲਾ ਕੇ ਦੇਖ ਸਕਦੇ ਹਾਂ, ਚੈੱਕ ਕਰ ਸਕਦੇ ਹਾਂ ਕਿ ਉਹ ਕਿਸ ਤਰੀਕੇ ਨਾਲ ਇੰਟਰਨੈਟ ਦੇ ਉੱਪਰ ਦਿਖਾਈ ਦੇਣਗੇ। ਠੀਕ ਹੈ ਜੀ, ਵੈਬ ਬਰਾਊਜ਼ਰ ਇੱਕ ਸੌਫਟਵੇਅਰ ਹੈ ਜੋ ਵੈਬਸਾਈਟਾਂ ਜਾਂ ਆਪਣੇ ਵੈਬ ਪੇਜਾਂ ਨੂੰ ਦੇਖਣ ਲਈ ਵਰਤਿਆ ਜਾਂਦਾ ਹੈ। HTML ਪੇਜ ਦਾ ਸਟਰਕਚਰ। ਹੁਣ ਜੇਕਰ ਅਸੀਂ HTML ਵਿੱਚ ਕੰਮ ਕਰਦੇ ਹਾਂ ਜਾਂ HTML ਵਿੱਚ ਆਪਣੇ ਪੇਜ ਤਿਆਰ ਕਰਦੇ ਹਾਂ ਤੇ ਉਹਦਾ ਇੱਕ ਸਟਰਕਚਰ ਹੈ। ਉਹ ਸਟਰਕਚਰ ਨੂੰ ਸਮਝਾਂਗੇ ਕਿ ਸਭ ਤੋਂ ਪਹਿਲਾ ਟੈਗ HTML ਦੇ ਵਿੱਚ ਕੀ ਹੋਏਗਾ, HTML, ਜਿਹਨੂੰ ਆਪਾਂ ਐਂਗਲ ਬ੍ਰੈਕਟਾਂ ਦੇ ਵਿੱਚ ਲਿਖਾਂਗੇ। ਠੀਕ ਆ, ਇੱਥੇ ਸ਼ੁਰੂਆਤ ਹੋ ਗਈ ਤੇ ਇੱਥੇ HTML/HTML ਨਾਲ ਅਸੀਂ ਨੂੰ ਬੰਦ ਕਰ ਦਿੱਤਾ। ਠੀਕ ਆ, ਇਹ ਸਾਡੇ ਵੈਬ ਪੇਜ ਦਾ ਸਭ ਤੋਂ ਪਹਿਲਾ ਟੈਗ ਹੋਏਗਾ, HTML ਦੇ ਨਾਲ ਸ਼ੁਰੂ ਤੇ HTML ਦੇ ਨਾਲ ਬੰਦ। ਫਿਰ ਉਸ ਤੋਂ ਬਾਅਦ ਚ ਹੈਡ, ਸਾਡਾ ਇੱਕ ਹੈਡ ਟੈਗ ਸ਼ੁਰੂ ਹੋਏਗਾ ਤੇ ਉਹਦੇ ਵਿੱਚ ਹੈਡ ਬੰਦ ਹੋਏਗਾ। ਫਿਰ ਇਸੇ ਤਰੀਕੇ ਨਾਲ ਉਹਦੇ ਵਿੱਚ ਟਾਈਟਲ ਟੈਗ ਸ਼ੁਰੂ ਹੋਏਗਾ ਤੇ ਟਾਈਟਲ ਟੈਗ ਬੰਦ ਹੋਏਗਾ। ਤੇ ਇਹਨਾਂ ਦੋਵਾਂ ਟੈਗ ਦੇ ਵਿਚਕਾਰ ਆਪਾਂ ਜੋ ਆਪਣੀ ਟਾਈਟਲ ਬਾਰ ਵੀ ਦਿਖਾਉਣਾ ਚਾਹੁੰਦੇ ਹਾਂ ਉਹ ਲਿਖ ਸਕਦੇ ਹਾਂ। ਫਿਰ ਉਸ ਤੋਂ ਬਾਅਦ ਚ ਹੈਡ ਤੋਂ ਬਾਅਦ ਆ ਦੇਖੋ ਤੇ ਹੈਡ ਸ਼ੁਰੂ ਹੋ ਗਿਆ ਤੇ ਹੈਡ ਬੰਦ ਹੋ ਗਿਆ। ਇੱਦਾਂ ਫਿਰ ਉਸ ਤੋਂ ਬਾਅਦ ਹੈਡ ਤੋਂ ਬਾਅਦ 'ਚ ਅਸੀਂ ਸ਼ੁਰੂ ਕੀ ਕੀਤਾ, ਬੋਡੀ ਸ਼ੁਰੂ ਹੋ ਗਈ ਤੇ ਬੋਡੀ ਬੰਦ ਹੋ ਗਈ। ਠੀਕ ਆ, ਹੁਣ ਆ ਬੋਡੀ ਦੇ ਵਿੱਚ ਆ ਬੋਡੀ ਸਾਡੀ ਸ਼ੁਰੂ ਹੋ ਗਈ ਆ ਤੇ ਬੋਡੀ ਦੇ ਵਿੱਚ ਅਸੀਂ ਅੱਗੇ ਅਲੱਗ-ਅਲੱਗ ਟੈਗਸ ਦੀ ਜਿਹੜੀ ਆ ਉਹ ਵਰਤੋਂ ਕੀਤੀ ਹੈ, ਜਿਨ੍ਹਾਂ ਬਾਰੇ ਆਪਾਂ ਅੱਗੇ ਸਮਝਾਂਗੇ। ਠੀਕ ਆ, ਇਹ ਚੀਜ਼ ਨੂੰ ਆਪਾਂ ਯਾਦ ਰੱਖਣਾ ਕਿ HTML ਦਾ ਸਟਰਕਚਰ ਕੀ ਆ ਜਦੋਂ ਵੀ ਅਸੀਂ ਕੋਈ ਵੈਬ ਪੇਜ ਬਣਾਉਣਾ। ਠੀਕ ਹੈ ਜੀ, ਤੇ ਆ ਇੰਨੇ ਟੈਗ ਅਸੀਂ ਬਿਨਾਂ ਸੋਚੇ ਸਮਝੇ ਲਿਖਦੇ ਨੇ, ਸਾਨੂੰ ਇੰਨਾ ਟੈਗਸ ਨੂੰ ਯਾਦ ਕਰਨਾ। ਦੇਖੋ ਸਿੰਪਲ ਹੈ, HTML ਸ਼ੁਰੂ HTML ਬੰਦ, ਹੈਡ ਸ਼ੁਰੂ ਹੈਡ ਬੰਦ,
ਟਾਈਟਲ ਸ਼ੁਰੂ, ਟਾਈਟਲ ਬੰਦ, ਬਾਡੀ ਸ਼ੁਰੂ ਅਤੇ ਬਾਡੀ ਬੰਦ। ਠੀਕ ਆ, ਇਹ HTML ਪੇਜ ਦਾ ਸਟਰਕਚਰ ਹੈ। ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਟਿਊਟੋਰੀਅਲ ਜਿਹੜਾ ਆ ਉਹ ਪਸੰਦ ਆਵੇਗਾ। ਧੰਨਵਾਦ ਜੀ।